गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत है तीसर पंथ। आओ उसका अगला हिस्सा सरवण करन की कोशिश करिए जी। लड़ी नूं जोड़न लई पिछले हिस्से दियां कुछ सतरां दोबारा पढ़ियां जा रही हैं। ना ही ये उलझन घबराउंदी है कि खबरें की है, क्यों रचे गए, क्यों आए, पीड़ा है, दुख है, पीड़ा क्यों है। जिसने रचिया उसने पीड़ा क्यों रची, निरपीड़ रचदा। पाप क्यों है, पाप दा दंड क्यों है। एवं हुंदा एवं ना हुंदा, हुण की करिए। पढ़िए तप करिए, ये सारा कुछ ना करिए, पता कुछ नहीं लगदा। चलो जान दिओ जां ये जीवन नहीं रहना, ਤਾਂ ਤੇ ਜਿੰਨੇ ਦਿਨ ਹੈ दारू ਦਾ ਪਿਆਲਾ ਤੇ ਸੁਹੱਪਣ ਦੀ ਵੀਣੀ, ਨਾਦ ਵਾਲੀ ਗਲੇ ਦੀ ਨਾਲੀ ਜਾਂ ਤੁੰਬੇ ਤੇ ਲੱਕੜੀ ਦੀ ਵੀਣਾ ਜਾਂ ਬਾਂਸ ਦੀ ਸੱਤ ਛੇਕੀ ਪੋਰੀ ਦੀਆਂ ਆਵਾਜ਼ ਦੀਆਂ ਮੋਜਾਂ ਵਿੱਚ ਬਿਤਾ ਲੈਣਾ ਹੀ ਸ੍ਰਿਸ਼ਟਾ ਹੈ। ਇਸ ਤਰ੍ਹਾਂ ਦੇ ਝਮੇਲੇ ਨਹੀਂ ਪੈਂਦੇ, ਸਗੋਂ ਉਹ ਅੰਦਰ ਲੱਗ ਗਈ ਕੋਈ ਛੋ ਕਿਸੇ ਐਸੇ ਉਚਿਆਨ ਤੇ ਪ੍ਰਤੀਤੀ ਵਿੱਚ ਉਚਿਆ ਜਾਂਦੀ ਹੈ ਕਿ ਗ੍ਰਹਿਣ ਤਿਆਗ ਆਪੇ ਤੋਂ ਹੇਠਾਂ ਦਿਸਦੇ ਹਨ ਅਤੇ ਦੋਵੇਂ ਥੰਮੇ ਹੋ ਕੇ ਉਸ ਦੀ ਉਚਿਆਣ ਦੀ ਕਾਇਮੀ ਦੇ ਹੇਠਾਂ ਆਪੇ ਆ ਜਾਂਦੇ ਹਨ। ਐਸਾ ਜਾਗ ਪਿਆ ਇਨਸਾਨ ਇਹ ਥੰਮੇ ਕਿਤੋਂ ਲੁਕੋ ਕੇ ਆਪਣੀ ਸੂਰਤ ਦੀ ਉਚਾਈ ਹੇਠਾਂ ਨਹੀਂ ਦਿੰਦਾ। ਉਹ ਦਰਸ਼ਨ ਸ਼ਾਸਤਰਾਂ ਦੀ ਘੋਖ ਤੋਂ ਜਾਂ ਤਪੀਆਂ ਹੱਠੀਆਂ ਤਿਆਗੀਆਂ ਜਾਂ ਗ੍ਰਹਿਣੀਆਂ ਦੀ ਸੋਬਤ ਤੋਂ ਇਹ ਥੰਮੇ ਘੜ ਘੜ ਕੇ ਆਪਣੇ ਦਿਮਾਗ ਜਾਂ ਹੱਥਾਂ ਤੇ ਪੈਰਾਂ ਦੇ ਅਮਲ ਦੇ ਹੇਠਾਂ ਲਿਆ ਕੇ ਨਹੀਂ ਠੋਕਦਾ। ਉਹ ਤਾਂ ਉਸ ਛੋਹ ਤੋਂ ਆ ਗਈ ਉਚਾਈ ਦੀ ਹੇਠਾਂ ਜਦ ਦੇਖਦਾ ਹੈ ਤਾਂ ਇਹ ਦੋਏ ਥੰਮੇ ਆਪੇ ਲੱਗੇ ਪਏ ਹੁੰਦੇ ਹਨ। ਉਹ ਉਸ ਉਚਿਆਣ ਦੇ ਰਸ ਵਿੱਚ, ਉਸ ਦੀ ਲਹਿਰ ਵਿੱਚ ਹੁੰਦਾ ਹੈ। ਉਹ ਜੀਵਨ ਜੋ ਉਸ ਦੇ ਅੰਦਰ ਆ ਗਿਆ ਹੈ, ਉਸ ਜੀਵਨ ਦਾ ਜਾਂ ਉਸ ਵਿੱਚ ਕੇਵਲ ਜੀਂਦੇ ਰਹਿਣ ਦਾ ਇੱਕ ਅਕਹਿ ਸਵਾਦ ਹੈ। ਭਾਵ ਇਹ ਹੈ ਕਿ ਕੇਵਲ ਨਿਰਾ ਉਹ ਜੀਵਨ ਜੀਵਣਾ ਆਪਣੇ ਆਪ ਵਿੱਚ ਹੀ ਐਸਾ ਕੁਝ ਹੈ ਕਿ ਹੋਰ ਲੋੜਾਂ ਚੁਕਾ ਦਿੰਦਾ ਹੈ। ਚਾਹੇ ਉਸ ਨੂੰ ਰਸਦਾਇਕ ਕਹੋ, ਸਵਾਦੀ ਕਹੋ, ਆਨੰਦੀ ਕਹੋ, ਕੁਝ ਕਹੋ, ਉਹ ਜੋ ਕੁਝ ਹੈ ਆਪਣੇ ਜੀਂਦੇ ਰਹਿਣ ਮਾਤਰ ਵਿੱਚ ਸੁੱਖ, ਆਨੰਦ ਤੇ ਰਸ ਮਾਣਦਾ ਹੈ। ਉਹ ਜੀਣਾ ਹੀ ਆਨੰਦ ਹੈ। ਹੁਣ ਉਸ ਨੂੰ ਕਾਂਟ ਛਾਂਟ ਤੇ ਤਰਾਸ਼ ਤੇ ਘੋਟੇ ਦੀ ਲੋੜ ਨਹੀਂ। ਉਹ ਜੀਵਦਾ ਹੈ, ਜੀਵਦਾ ਸਮਝਦਾ ਹੈ, ਪ੍ਰਤੀਤ ਕਰਦਾ ਹੈ, ਵੇਂਦਾ ਹੈ। ਜਦ ਉਹ ਉੱਪਰ ਤੱਕਦਾ ਹੈ ਤਾਂ ਉਸ ਜੀਵਨ ਨੂੰ ਕੋਈ ਖਿੱਚ ਹੋਰ ਉੱਚੇ ਹੋਣ ਦੀ ਲੱਗ ਰਹੀ ਦਿਸਦੀ ਹੈ ਤੇ ਉਸ ਖਿੱਚ ਤੋਂ ਕੋਈ ਇਸ ਜੀਵਨ ਦਾ ਰਸ ਆ ਰਿਹਾ ਭਾਸਦਾ ਹੈ। ਜਦ ਹੇਠਾਂ ਤੱਕਦਾ ਹੈ ਤਾਂ ਕੀ ਦੇਖਦਾ ਹੈ ਕਿ ਸਰੀਰ ਨਾਸੀ ਹੈ, ਜਗਤ ਹਰ ਛਿਣ ਬਦਲ ਰਿਹਾ ਹੈ, ਇਸਨੇ ਰਹਿਣਾ ਨਹੀਂ। ਤਾਂ ਤੇ ਜੋ ਕੁਝ ਇੱਥੇ ਹੈ ਇਹ ਸਦਾ ਨਹੀਂ, ਪਰ ਇਹ ਵੇਖ ਕੇ ਉਹ ਇੱਥੋਂ ਦੇ ਸੋਹਣੇ ਪਦਾਰਥਾਂ ਤੋਂ ਨਫ਼ਰਤ ਨਹੀਂ ਕਰਦਾ। ਉਹਨਾਂ ਨਾਲ ਆਪੇ ਨੂੰ ਲਾ ਲਾ ਵੇਂਦਾ ਹੈ, ਅਰਥਾਤ ਖਿਆਲ ਵਿੱਚ ਉਹਨਾਂ ਨੂੰ ਗ੍ਰਹਿਣ ਕਰਕੇ ਪਰਖ ਕਰਦਾ ਹੈ। ਮੋਹ ਪਿਆਰ ਧਾਰ ਧਾਰ ਵੇਖਦਾ ਹੈ। ਗ੍ਰਹਿਣ ਦੀ ਅੱਖ ਖੋਲ ਕੇ ਉਹਨਾਂ ਤੇ ਤ੍ਰਿਸ਼ਨਾ ਦੀ ਨਜ਼ਰ ਪਾਉਂਦਾ ਹੈ। ਪਰ ਉਹ ਇਸ ਦੇ ਅੰਦਰਲੇ ਨੂੰ ਇਉਂ ਲੱਗਦੇ ਹਨ ਜਿਵੇਂ ਮੇਲਾ ਕਰਨ ਵਾਲੇ ਹੁੰਦੇ ਹਨ। ਉਹ ਛੋ ਛੋ ਕੇ ਅੰਦਰੋਂ ਵਿਚ ਵਿਚ ਕੇ ਇਹਨਾਂ ਨੂੰ ਤੱਕਦਾ ਪਰਖਦਾ ਹੈ, ਪਰ ਇਹਨਾਂ ਦੀ ਛੋਹ ਉਸ ਦੇ ਅੰਦਰਲੇ ਵਿੱਚ ਆਏ ਜੀਵਨ ਰਸ, ਸਵਾਦਲੇ ਜੀਵਨ ਜਾਂ ਜਾਗ ਪਏ ਸੁਰਤ ਜੀਵਨ, ਅਵੇਕਨ ਐਂਡ ਇੰਸਪਾਇਰਡ ਨੂੰ ਮੈਲ ਲਾਉਂਦੇ ਦਿਸਦੇ ਹਨ। ਉਸ ਵੇਲੇ ਉਸ ਨੂੰ ਆਪਣੇ ਜਾਗ ਪਏ ਜੀਵਨ ਦਾ ਜੋ ਰਸ ਹੈ ਉਹ ਉੱਚਾ ਲੈ ਜਾਂਦਾ ਹੈ ਤੇ ਉਹ ਕਹਿੰਦਾ ਹੈ, ਇੱਥੇ ਚੰਗਾ ਹਾਂ, ਉੱਜਲ ਹਾਂ, ਰੋਸ਼ਨ ਹਾਂ, ਉਚਿਆਣ ਵਿੱਚ ਹਾਂ, ਸਵਾਦ ਹਾਂ, ਹੇਠਾਂ ਮੈਂ ਕੀ ਲੈਣਾ ਹੈ। ਉਹ ਵੈਰਾਗ ਨਹੀਂ ਕਰਦਾ, ਦਿਲਗੀਰ ਨਹੀਂ ਆਉਂਦਾ, ਹਉਕਾ ਲੈ ਕੇ ਤਿਆਗ ਨਹੀਂ ਕਰਦਾ ਕਿ ਸਭ ਦੁੱਖ ਰੂਪ ਹੈ, ਇਸ ਦਾ ਤਿਆਗ ਕਰ। ਪਰ ਉਹ ਜਦ ਇਹਨਾਂ ਨਾਲ ਮੋਹ ਕਰਦਾ ਹੈ, ਇਹਨਾਂ ਦੀ ਛੋਹ ਵਿੱਚ ਦਿਸ ਰਹੀ ਮੈਲ ਇਸ ਨੂੰ ਉੱਪਰ ਵੱਲ ਨੂੰ ਧੱਕਾ ਮਾਰਦੀ ਤੇ ਅੰਦਰੋਂ ਆਪਦੇ ਦੀ ਉਜਲਤਾ ਉੱਪਰ ਖਿੱਚਦੀ ਹੈ। ਉੱਪਰ ਵੱਲ ਨੂੰ ਧੱਕਾ ਮਾਰਦੀ ਤੇ ਅੰਦਰੋਂ ਆਪਦੇ ਦੀ ਉਜਲਤਾ ਉੱਪਰ ਖਿੱਚਦੀ ਹੈ।
ਇਸ ਸੰਗਾਂ ਵਿੱਚ ਉਹਨਾਂ ਦੀ ਉਨਮਨ ਯਾਨੀ ਉੱਚੀ ਸੁਰਤ ਦੇ ਹੇਠਾਂ ਤਿਆਗ ਦਾ ਥੰਮ ਆਪੇ ਆਸਰਾ ਬਣਿਆ ਖੜਾ ਰਹਿੰਦਾ ਹੈ। ਸੋ ਹੁਣ ਜਦੋਂ ਉਹ ਆਪੇ ਦਾ ਰਸ ਮਾਣਦੇ ਹਨ ਤੇ ਦੂਜਿਆਂ ਨੂੰ ਦੁਖੀ ਦੇਖਦੇ ਹਨ, ਉਹ ਇਹ ਜੀਵਨ ਕਿਣਕਾ ਭਾਵ ਇਹ ਆਪਣੇ ਅੰਦਰਲੇ ਦੀ ਜਾਗਦੀ ਜਿਉਂਦੀ ਛੋ ਦਾਨ ਕਰਕੇ ਦੂਜਿਆਂ ਨੂੰ ਆਪਣੇ ਵਰਗਾ ਕਰਨਾ ਲੋਚਦੇ ਹਨ। ਇਹ ਦਾਨ ਜੀ ਦਾਨ ਹੈ, ਇੱਕ ਛੋ ਦਾਨ ਹੈ। ਜਿਵੇਂ ਬਲਦਾ ਦੀਵਾ ਬੁੱਝੇ ਦੀਵੇ ਜਾਂ ਅਣਬਲੇ ਦੀਵੇ ਨੂੰ ਛੋ ਦਾਨ ਕਰਦਾ ਹੈ। ਇਹ ਛੋ, ਇਹ ਰੰਗ, ਇਹ ਦਸ਼ਾ, ਇਹ ਜਾਗਰਤ, ਇਹ ਉਚਿਆਣ, ਜੋ ਚਾਹੋ ਇਸ ਦਾ ਨਾਮ ਧਾਰੋ, ਇਸ ਦਾ ਦਾਨ ਕਰਨਾ, ਉਸ ਵਿੱਚ ਇੱਕ ਤਰ੍ਹਾਂ ਦਾ ਮਾਨੋ ਗ੍ਰਹਿਣ ਉਪਜਦਾ ਹੈ। ਉਸ ਨੂੰ ਜਿੱਥੋਂ ਇਹ ਛੋ ਦਾਨ ਲੱਭਾ ਹੈ, ਉੱਥੋਂ ਇਸ ਛੋ ਦਾਨ ਨੂੰ ਅੱਗੇ ਦਾਨ ਕਰਨ ਦਾ ਇਸ਼ਾਰਾ ਮਿਲਦਾ ਹੈ, ਜੋ ਇਸ ਦੇ ਇਸ ਦਾਨ ਕਰਨ ਦਾ ਇਰਾਦਾ, ਨੀਅਤ ਯਾਨੀ ਮੋਟਿਵ ਤੇ ਸਾਹਸ ਯਾਨੀ ਕਰਜ ਬਣਦਾ ਹੈ। ਇਹ ਅੰਦਰੋਂ ਦਾਨ ਕਰਨ ਦਾ ਰੁਖ ਬਣ ਕੇ ਫਿਰ ਸਰੀਰ ਦੁਆਰਾ ਅਮਲ ਵਿੱਚ ਆਉਂਦਾ ਹੈ। ਇਹ ਅਮਲ ਫਿਰ ਜੋ ਸੂਰਤ ਤੇ ਵਰਤਾਰਾ ਪਕੜਦਾ ਹੈ, ਉਹ ਗ੍ਰਹਿਣ ਜਾਂ ਹਉ ਧਾਰਨ ਸਹੀ ਕਿਸਮ ਦਾ ਹੈ। ਉਸ ਦਾ ਨਾਮ ਚੜ੍ਹਦੀਆਂ ਕਲਾਂ ਦਾ ਵਰਤਾਰਾ ਹੈ, ਜੋ ਨਾ ਤਿਆਗ ਹੈ ਨਾ ਗ੍ਰਹਿਣ ਹੈ, ਪਰ ਦੋਹਾਂ ਥੰਮਾਂ ਤੇ ਖੜਾ ਇੱਕ ਅੰਦਰਲੇ ਦਾ ਉਚਿਆਨ ਹੈ, ਜਿਸ ਵਿੱਚ ਰੋਸ਼ਨੀ ਤੇ ਰਸ ਹੁੰਦਾ ਹੈ। ਫਿਰ ਦੁਹਰਾ ਦਈਏ, ਸੋ ਹੁਣ ਜਦੋਂ ਉਹ ਆਪੇ ਦਾ ਰਸ ਮਾਣਦੇ ਹਨ ਤੇ ਦੂਜਿਆਂ ਨੂੰ ਦੁਖੀ ਦੇਖਦੇ ਹਨ, ਉਹ ਇਹ ਜੀਵਨ ਕਿਣਕਾ ਭਾਵ ਇਹ ਆਪਣੇ ਅੰਦਰਲੇ ਦੀ ਜਾਗਦੀ ਜਿਉਂਦੀ ਛੋ ਦਾਨ ਕਰਕੇ ਦੂਜਿਆਂ ਨੂੰ ਆਪਣੇ ਵਰਗਾ ਕਰਨਾ ਲੋਚਦੇ ਹਨ। ਇਹ ਦਾਨ ਜੀ ਦਾਨ ਹੈ, ਇੱਕ ਛੋ ਦਾਨ ਹੈ। ਜਿਵੇਂ ਬਲਦਾ ਦੀਵਾ ਬੁੱਝੇ ਦੀਵੇ ਜਾਂ ਅਣਬਲੇ ਦੀਵੇ ਨੂੰ ਛੋ ਦਾਨ ਕਰਦਾ ਹੈ। ਇਹ ਛੋ, ਇਹ ਰੰਗ, ਇਹ ਦਸ਼ਾ, ਇਹ ਜਾਗਰਤ, ਇਹ ਉਚਿਆਣ, ਜੋ ਚਾਹੋ ਇਸ ਦਾ ਨਾਮ ਧਾਰੋ, ਇਸ ਦਾ ਦਾਨ ਕਰਨਾ, ਉਸ ਵਿੱਚ ਇੱਕ ਤਰ੍ਹਾਂ ਦਾ ਮਾਨੋ ਗ੍ਰਹਿਣ ਉਪਜਦਾ ਹੈ। ਉਸ ਨੂੰ ਜਿੱਥੋਂ ਇਹ ਛੋ ਦਾਨ ਲੱਭਾ ਹੈ, ਉੱਥੋਂ ਇਸ ਛੋ ਦਾਨ ਨੂੰ ਅੱਗੇ ਦਾਨ ਕਰਨ ਦਾ ਇਸ਼ਾਰਾ ਮਿਲਦਾ ਹੈ, ਜੋ ਇਸ ਦੇ ਇਸ ਦਾਨ ਕਰਨ ਦਾ ਇਰਾਦਾ, ਨੀਅਤ ਯਾਨੀ ਮੋਟਿਵ ਤੇ ਸਾਹਸ ਯਾਨੀ ਕਰਜ ਬਣਦਾ ਹੈ। ਇਹ ਅੰਦਰੋਂ ਦਾਨ ਕਰਨ ਦਾ ਰੁਖ ਬਣ ਕੇ ਫਿਰ ਸਰੀਰ ਦੁਆਰਾ ਅਮਲ ਵਿੱਚ ਆਉਂਦਾ ਹੈ। ਇਹ ਅਮਲ ਫਿਰ ਜੋ ਸੂਰਤ ਤੇ ਵਰਤਾਰਾ ਪਕੜਦਾ ਹੈ, ਉਹ ਗ੍ਰਹਿਣ ਜਾਂ ਹਉ ਧਾਰਨ ਸਹੀ ਕਿਸਮ ਦਾ ਹੈ। ਉਸ ਦਾ ਨਾਮ ਚੜ੍ਹਦੀਆਂ ਕਲਾਂ ਦਾ ਵਰਤਾਰਾ ਹੈ, ਜੋ ਨਾ ਤਿਆਗ ਹੈ ਨਾ ਗ੍ਰਹਿਣ ਹੈ, ਪਰ ਦੋਹਾਂ ਥੰਮਾਂ ਤੇ ਖੜਾ ਇੱਕ ਅੰਦਰਲੇ ਦਾ ਉਚਿਆਨ ਹੈ, ਜਿਸ ਵਿੱਚ ਰੋਸ਼ਨੀ ਤੇ ਰਸ ਹੁੰਦਾ ਹੈ। ਉਸ ਦੀ ਅਸਲ ਗ੍ਰਹਿਣ ਅਵਸਥਾ ਹਉ ਨਹੀਂ, ਪਰ ਅੰਦਰਲੀ ਉਚਿਆਣ ਹੈ। ਉਸ ਦਾ ਅੰਦਰ ਉੱਚਾ ਹੈ, ਉਸ ਦੀ ਸੁਰਤ ਸਦਾ ਉਚਿਆਣ ਵਿੱਚ ਹੈ। ਇਹ ਉਚਿਆਣ ਅਸਲੀ ਉਚਿਆਣ ਹੈ, ਜਿਸ ਦਾ ਸੁਪਨਾ ਗ੍ਰਹਿਣ ਵਾਲਿਆਂ ਨੂੰ ਆ ਜਾਂਦਾ ਹੈ ਤੇ ਉਹ ਇਹ ਉਚਿਆਣ ਪ੍ਰਾਪਤ ਨਹੀਂ ਕਰ ਸਕਦੇ, ਪਰ ਹੰਕਾਰ ਨੂੰ, ਗ੍ਰਹਿਣ ਨੂੰ, ਜ਼ੋਰ ਪਾਉਣ ਨੂੰ, ਜ਼ੋਰ ਲਾਉਣ ਨੂੰ ਸਮਝਦੇ ਹਨ ਕਿ ਜੋ ਸੁਪਨਾ ਆਇਆ ਸੀ ਇਹ ਸੀ। ਸੁਪਨਾ ਉਹਨਾਂ ਦਾ ਠੀਕ ਹੁੰਦਾ ਹੈ, ਪਰ ਸੁਪਨੇ ਦੀ ਟੀਕਾ ਤੇ ਅਮਲ ਵਿੱਚ ਗਲਤੀ ਦਾ ਨੁਕਤਾ ਆ ਜਾਂਦਾ ਹੈ। ਹਉ, ਹੰਕਾਰ, ਹੱਠ, ਜ਼ੋਰ ਨਾਲ ਮਨੁੱਖਾਂ ਦੇ ਉੱਚੇ ਹੋ ਜਾਣਾ ਆਪਣੇ ਲਈ ਤਾਂ ਇੱਕ ਵਾਅਦੇ ਦੀ ਗੱਲ ਹੈ, ਪਰ ਹਉ, ਹੰਕਾਰ, ਹੱਠ, ਜ਼ੋਰ ਦੂਜਿਆਂ ਨੂੰ ਨਿਮਾਣੇ ਤੇ ਕਮਜ਼ੋਰ ਬਣਾਉਂਦਾ ਹੈ। ਸੋ ਇਹ ਗ੍ਰਹਿਣ ਆਪਣੀ ਕਿਸਮ, ਆਪਣੀ ਜਾਤੀ ਦੀ ਹਾਨੀ ਕਰਨ ਵਾਲਾ ਹੈ। ਜੋ ਸ਼ੈ ਆਪੇ ਨੂੰ ਅੱਛਾ ਕਰਦੀ ਹੈ ਤੇ ਦੂਜਿਆਂ ਦੀ ਹਾਨੀ ਤੇ ਪਲਦੀ ਹੈ ਤੇ ਆਪਣੇ ਵਰਗੇ ਦੇ ਵਾਅਦੇ ਨੂੰ ਕੱਢਦੀ ਹੈ, ਉਹ ਕਦੇ ਪ੍ਰਯੋਜਨ ਤੇ ਚੰਗੀ ਨਹੀਂ ਹੋ ਸਕਦੀ। ਜਗਤ ਦੇ ਜ਼ੋਰਾਵਰਾਂ ਦੇ ਬੇਸਮਝੇ ਗ੍ਰਹਿਣ ਤੇ ਇਸ ਖਿਆਲ ਵਾਲੇ ਵਿਦਵਾਨਾਂ ਦੀ ਫਿਲਾਸਫੀ ਦੇ ਗ੍ਰਹਿਣ ਦਾ ਇਹ ਉਹ ਨੁਕਸ ਹੈ। ਸੁਪਨਾ ਠੀਕ ਹੈ, ਪਰ ਅਸਲ ਹੋਰ ਹੈ, ਸੁਪਨਾ ਹੋਰ ਹੈ। ਅਮਲ ਦੀ ਛੋ ਪਿੱਛੋਂ ਦਸੀ ਉਚਿਆਈ ਬਖਸ਼ਦੀ ਹੈ। ਇਹ ਉਚਿਆਈ ਗ੍ਰਹਿਣ ਨਹੀਂ ਹੈ, ਉਸ ਦੇ ਪੱਧਰ ਤੋਂ ਬਹੁਤ ਉੱਚੀ ਚੀਜ਼ ਹੈ। ਇਸੇ ਦਾ ਸੁਪਨਾ ਤਿਆਗ ਵਾਲੇ ਫਿਲਾਸਫਰਾਂ ਨੂੰ ਆਉਂਦਾ ਹੈ। ਉਸ ਸੁਪਨੇ ਦੀ ਅਸਲੀਅਤ 10 ਗੁਰੂ ਸਾਹਿਬਾਂ ਪਾਸ ਸੀ ਤੇ ਉਹ ਉਹਨਾਂ ਨੇ ਦਾਨ ਕੀਤੀ।
ਜਿਸ ਨੂੰ ਛੋਏ ਜੀਦਾਨ ਦਿੱਤਾ, ਨਿਰਾ ਉਪਦੇਸ਼ ਤੇ ਗੁਰਮੰਤਰ ਦਾ ਉਚਾਰਨ ਨਹੀਂ ਦਿੱਤਾ, ਜੈਸਾ ਕਿ ਤਿਆਗ ਮਾਰਗ ਦੇ ਉਪਦੇਸ਼ਕ ਦੇ ਸਕਦੇ ਹਨ, ਪਰ ਅਸਲੀ ਅਮਲੀ ਜੀਦਾਨ ਦਿੱਤਾ। ਜੀਦਾਨ ਨਾਲ ਅੰਦਰ ਉਹ ਉਚਿਆਣ ਆ ਗਿਆ ਜੋ ਤਿਆਗ ਫਲਸਫਾ ਵਾਲੇ ਨੂੰ ਦੁੱਖ ਰੂਪ ਜਗਤ ਵਿੱਚ ਇਸ ਦੇ ਦੁੱਖ ਦੂਰ ਕਰਨ ਦੇ ਇਲਾਜ ਵਿੱਚ ਆਤਮਾ ਦੇ ਪ੍ਰਕਿਰਤੀ ਨੂੰ ਅੱਡ-ਅੱਡ ਕਰਨ ਦੇ ਯਤਨ ਦੇ ਤਪਾ ਦੇ ਤਪਣੇ ਐਸਰਟਿਸਿਜ਼ਮ ਵਿੱਚ ਨਹੀਂ ਸੀ ਦਿਸਿਆ। ਸੁਪਨਾ ਤਿਆਗੀ ਨੂੰ ਵੀ ਠੀਕ ਆਇਆ ਸੀ ਕਿ ਉਹ ਜੋ ਨਿਰਪੱਖ ਅਵਸਥਾ ਹੈ ਉਹ ਜਗਤ ਦੇ ਮੋਹ ਤੇ ਰਾਗ ਤੋਂ ਪਰੇ ਹੈ ਤੇ ਵੈਰਾਗ ਵਿੱਚ ਹੈ। ਉਸਨੇ ਉਸ ਦਾ ਦਾਰੂ ਜੋ ਕੀਤਾ ਤਾਂ ਵੈਰਾਗ ਦੀ ਦਿਲਗੀਰੀ ਵਿੱਚ ਕੀਤਾ, ਜਿਸ ਨਾਲ ਆਪ ਜਗਤ ਨਾਲ ਇੱਕ ਵੱਖਰਾਪਨ ਤਾਂ ਪ੍ਰਤੀਤ ਕਰਨ ਲੱਗ ਪਿਆ, ਪਰ ਮੋਹ ਮਾਇਆ ਦੇ ਨਾਲ ਇੱਕੋ ਫਰਸ਼ ਇੱਕੋ ਪੱਧਰ ਤੇ ਖੜਾ ਰਿਹਾ। ਰੁਸੇਵੇਂ ਤੇ ਦਿਲਗੀਰੀ ਜਿਹੀ ਦੇ ਪ੍ਰਭਾਵ ਵਿੱਚ ਰਹਿ ਕੇ ਵੱਖ-ਵੱਖ ਭਾਵੇਂ ਹੋ ਗਿਆ। ਇਸ ਵਖੇਵੇਂ ਨੂੰ ਉਸਨੇ ਆਨੰਦ ਰੂਪ ਨਹੀਂ ਮੰਨਿਆ, ਦੁੱਖਾਂ ਦੀ ਨਿਵਰਤੀ ਮੰਨਿਆ। ਸੋ ਇਹ ਵੀ ਅਸਲੀ ਅੰਦਰਲੇ ਦੀ ਉਚਾਈ ਵਿੱਚ ਆਪਾ ਸਭ ਤੋਂ ਵੱਖਰਾ ਪਰ ਉੱਚਾ, ਸਭ ਤੋਂ ਵਿਥ ਤੇ ਪਰ ਸੁਖ ਸਵਾਦ ਰਸ ਵਰਗੇ ਕਿਸੇ ਐਸੇ ਰੰਗ ਵਿੱਚ ਹੁੰਦਾ ਹੈ ਕਿ ਉਹ ਜੀਵਨ ਜੀਵਣਾ ਹੀ ਇੱਕ ਵਾਂਛਤ ਗੱਲ ਹੈ, ਪਰ ਸੁਪਨੇ ਵੇਖਣ ਹਾਰੇ ਨੇ ਵੱਖਰਾਪਨ ਤਿਆਗ ਨਾਲ ਲੱਭ ਗਿਆ, ਪਰ ਅਸਲੀ ਉਚੈਨ ਨਹੀਂ ਲੱਭੀ। ਸੋ ਦੋਵੇਂ ਸੁਪਨਾ ਲੈਣ ਵਾਲੇ ਆਪਣੇ ਬਣਾਏ ਫਲਸਫਿਆਂ ਵਿੱਚ ਉਸੇ ਇੱਕੋ ਪੱਧਰ ਤੇ ਖੜੇ ਹਨ। ਇੱਕ ਵੱਖਰਾ ਜਾਂ ਖਲੋਤਾ ਹੈ ਤੇ ਸਮਝਦਾ ਹੈ ਇਹੋ ਨੁਕਤਾ ਹੈ। ਇੱਕ ਜ਼ੋਰ ਨਾਲ ਚੰਬੜ ਜਾਂਦਾ ਹੈ ਪਰ ਦੂਜਿਆਂ ਨੂੰ ਹੇਠਾਂ ਦੇ ਕੇ ਦੁਜੈਗੀ ਤੇ ਹੀ ਖੜਾਉਂਦਾ ਹੈ ਤੇ ਸਮਝਦਾ ਹੈ ਇਹੋ ਨੁਕਤਾ ਹੈ। ਪਰ ਅਸਲੀਅਤ ਵਾਲਾ ਇਹਨਾਂ ਦੋਹਾਂ ਦੇ ਪੱਧਰ ਤੋਂ ਉੱਚਾ ਹੁੰਦਾ ਹੈ ਤੇ ਗ੍ਰਹਿਣ ਤਿਆਗ ਨੂੰ ਆਪਣੀ ਉਚਾਈ ਦੀ ਹੇਠਾਂ ਦੋਵੇਂ ਥੰਮੇ ਲੱਗੇ ਵੇਖਦਾ ਹੈ। ਅੰਦਰਲੀ ਛੋਹ ਨਾਲ ਜਾਗੇ ਉਚੈਨ ਤੇ ਸੁਖ ਪ੍ਰਤੀਤੀ ਵਾਲੇ ਦਾ ਗ੍ਰਹਿਣ ਹਉ ਹੰਕਾਰ ਹੱਠ ਜ਼ੋਰ ਵਾਲੇ ਦੇ ਹੰਕਾਰ ਤੋਂ ਵੱਖਰਾ ਹੈ। ਉਸ ਦਾ ਗ੍ਰਹਿਣ ਆਪ ਅੰਦਰਲੇ ਦੀ ਉੱਚ ਪ੍ਰਤੀਤੀ ਵਿੱਚ ਹੈ ਤੇ ਉਸ ਦਾ ਗ੍ਰਹਿਣ ਅਮਲ ਵਿੱਚ ਇਹ ਹੈ ਕਿ ਉਹ ਆਪਣੇ ਵਰਗਾ ਜੀਵਨ ਵੱਧਦਾ ਫੁੱਲਦਾ ਵੇਖਣਾ ਚਾਹੁੰਦਾ ਹੈ। ਉਹ ਜਗ ਦਾ ਦੀਵਾ ਹੈ ਤੇ ਹੋਰ ਦੀਵੇ ਜਗਾਣਾ ਆਪਣਾ ਮਨੋਰਥ ਸਮਝਦਾ ਹੈ। ਫਿਰ ਦੁਹਰਾ ਦਈਏ, ਅੰਦਰਲੀ ਛੋਹ ਨਾਲ ਜਾਗੇ ਉਚਿਆਣ ਤੇ ਸੁਖ ਪ੍ਰਤੀਤੀ ਵਾਲੇ ਦਾ ਗ੍ਰਹਿਣ ਹਉ ਹੰਕਾਰ ਹੱਠ ਜ਼ੋਰ ਵਾਲੇ ਦੇ ਹੰਕਾਰ ਤੋਂ ਵੱਖਰਾ ਹੈ। ਉਸ ਦਾ ਗ੍ਰਹਿਣ ਆਪ ਅੰਦਰਲੇ ਦੀ ਉੱਚ ਪ੍ਰਤੀਤੀ ਵਿੱਚ ਹੈ ਤੇ ਉਸ ਦਾ ਗ੍ਰਹਿਣ ਅਮਲ ਵਿੱਚ ਇਹ ਹੈ ਕਿ ਉਹ ਆਪਣੇ ਵਰਗਾ ਜੀਵਨ ਵੱਧਦਾ ਫੁੱਲਦਾ ਵੇਖਣਾ ਚਾਹੁੰਦਾ ਹੈ। ਉਹ ਜਗ ਦਾ ਦੀਵਾ ਹੈ ਤੇ ਹੋਰ ਦੀਵੇ ਜਗਾਣਾ ਆਪਣਾ ਮਨੋਰਥ ਸਮਝਦਾ ਹੈ। ਇਸ ਉਚਾਈ ਵਾਲਾ ਇੱਥੋਂ ਤੱਕ ਤਾਂ ਤਿਆਗ ਵਿੱਚ ਬੈਠਾ ਭਾਸਦਾ ਹੈ ਤੇ ਉੱਚਾ ਹੋਣ ਵਿੱਚ ਨੀਵੇਂ ਪੱਧਰ ਦਾ ਤਿਆਗ ਸੱਚਮੁੱਚ ਹੈ ਹੀ, ਪਰ ਇਸ ਤੋਂ ਅੱਗੋਂ ਹੁਣ ਉਹ ਕੁਝ ਉਸ ਨੂੰ ਵਾਪਰਦਾ ਹੈ ਜਿੱਥੇ ਉਹ ਗ੍ਰਹਿਣ ਵਾਲਾ ਹੋ ਦਿਸਦਾ ਹੈ। ਉਹ ਇਸ ਤਰ੍ਹਾਂ ਕਿ ਉਹ ਜਿਉਂਦਾ ਹੈ, ਜਗਤ ਵਿੱਚ ਵਸਦਾ ਹੈ, ਜੰਗਲਾਂ ਵਿੱਚ ਨਸ ਜਾਣ ਤੇ ਵੱਖਰੇ ਹੋ ਬੈਣ ਦੀ ਲੋੜ ਨਹੀਂ ਪ੍ਰਤੀਤ ਕਰਦਾ। ਸੋ ਵਿੱਚ ਵਸਦਿਆਂ ਮਾਮਲੇ ਪੈਂਦੇ ਹਨ। ਇਹ ਮਾਮਲਿਆਂ ਦਾ ਪੈਣਾ ਦੱਸਦਾ ਹੈ ਕਿ ਉਸ ਵਿੱਚ ਉਹ ਕੁਝ ਅਸਲੀ ਰੂਪਾਂ ਵਿੱਚ ਹੈ ਜੋ ਕੁਝ ਕੇ ਗ੍ਰਹਿਣ ਤੇ ਹੋਣ ਵਾਲੇ ਨੇ ਕਿਹਾ ਸੀ ਕਿ ਮੇਰੇ ਵਿੱਚ ਹੈ। ਨਮੂਨੇ ਲਈ ਐਉਂ ਕਿ ਉਹ ਜਗਤ ਵਿੱਚ ਕੰਮ ਕਰਦਾ ਹੈ, ਜੀਦਾਨ ਦਿੰਦਾ ਹੈ, ਲੋਕੀ ਲੈਂਦੇ ਹਨ। ਉਹਦਾ ਭਾਈਚਾਰਾ ਇਸੇ ਮਨੋਰਥ ਲਈ ਬਣਦਾ ਹੈ। ਉਸ ਦੇ ਦੁਸ਼ਮਣ ਪੈਦਾ ਹੁੰਦੇ ਹਨ, ਅਗਿਆਨ ਵਾਲੇ। ਗਲਤ ਕਿਸਮ ਦੇ ਧਾਰਮਿਕ ਆਗੂ ਆਪਣੀ ਉਪਜੀਵਕਾ ਦੇ ਭੈ ਮਾਰੇ ਰਾਜਾ ਉਪਜਿਆਂ ਨੂੰ ਮਾਰਦੇ ਹਨ। ਇਹ ਉਚਿਆਣ ਵਿੱਚ ਜੀ ਰਿਹਾ ਇਨਸਾਨ ਝੂਠੀ ਉਚਿਆਣ ਹੰਕਾਰੀਆਂ ਅੱਗੇ ਲੰਮਾ ਨਹੀਂ ਪੈਂਦਾ। ਇਹ ਮਨ ਦਾ ਦੁੱਖ ਰੁਖ ਆਨ ਯਾਨੀ ਐਟੀਟਿਊਡ ਇਸ ਜਾਗੇ ਮਨ ਲਈ ਮਾਮਲੇ ਉਪਜਾਉਂਦੀ ਹੈ, ਘੇਰੇ ਪਾਉਂਦੀ ਹੈ। ਇੱਥੇ ਇਸ ਜਗਤ ਦੀਆਂ ਕਾਲੀਆਂ ਤਾਕਤਾਂ ਨਾਲ ਕਸ਼ਮਕਸ਼ ਸ਼ੁਰੂ ਹੁੰਦੀ ਹੈ। ਹੁਣ ਇਹ ਗ੍ਰਹਿਣੀ ਲੋਕਾਂ ਵਿੱਚ ਕੰਮ ਕਰਦਾ ਜ਼ੋਰ ਲਾਉਂਦਾ ਦਿਸਦਾ ਹੈ, ਪਰ ਇਹ ਹਉ ਹੰਕਾਰ ਜ਼ੋਰ ਦੀ ਸੁਪਨੇ ਵਾਲੀ ਉਚਿਆਣ ਵਿੱਚ ਨਹੀਂ ਜਿਉਂਦਾ। ਇਹ ਅੰਦਰਲੇ ਦੀ ਅਸਲੀ ਉਚਿਆਣ ਤੇ ਜੀ ਰਿਹਾ ਹੈ। ਬਾਹਰੋਂ ਅਮਲ ਵਿੱਚ ਇਸ ਦਾ ਵਰਤਾਓ ਤਿਆਗ ਸੁਪਨ ਵਾਲਿਆਂ ਵਾਂਗੂ ਹਾਰ ਜਾਣ ਦਿਲਗੀਰ ਹੋ ਕੇ ਭੱਜ ਜਾਣ ਵੱਲ ਨਹੀਂ ਪੈਂਦਾ। ਇਸ ਦੀ ਉਚਿਆਣ ਉਸ ਨੂੰ ਮਾਮਲਿਆਂ ਦੇ ਇਲਾਜ
ਦਿਲਗੀਰੀ ਵਾਲੇ ਤਿਆਗ ਵਿੱਚ ਨਹੀਂ ਦਿਸਦੀ, ਪਰ ਅੰਦਰਲੀ ਉਚਿਆਨ ਦੀ ਛਾਵੇਂ ਝੂਠੀਆਂ ਉਚਿਆਨਾਂ ਨੂੰ ਫਤਿਹ ਕਰਨ ਵਿੱਚ ਇਹ ਰੱਬੀ ਇਨਸਾਨ ਹੈ ਜੋ ਅਚੋਕ ਹੈ, ਅਪੈ ਹੈ ਤੇ ਮਾਮਲੇ ਪਿਆ ਤੇ ਪੂਰੇ ਗ੍ਰਹਿਣ ਵਾਲਿਆਂ ਵਾਂਗੂ ਜਾਪਦਾ ਹੈ। ਇਸ ਨੂੰ ਤਿਆਗ ਉਸ ਦਾ ਇੱਕ ਥੰਮਾ ਹੈ, ਗ੍ਰਹਿਣ ਉਸ ਦਾ ਦੂਸਰਾ ਥੰਮਾ ਹੈ। ਉੱਚੇ ਰਹਿਣ ਕਰਕੇ ਤਿਆਗ ਸੁੱਤੇ ਹੈ। ਜਿਵੇਂ ਡਾਢੀ ਮੋਟੀ ਉਦਾਹਰਣ ਹੈ ਕਿ ਕਨਿਆ ਦੇ ਪਤੀ ਨਾਲ ਵਿਆਹ ਕਰ ਲੈਣ ਵਿੱਚ ਪੇਕੇ ਘਰ ਦਾ ਤਿਆਗ ਆਪੇ ਵਿੱਚ ਸ਼ਾਮਲ ਹੈ ਤੇ ਉਸੇ ਦੇ ਸਿਮਰਨ ਨਾਲ ਹੇਠਾਂ ਹੇਠਾਂ ਖਿੱਚ ਲੈਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਦਾ ਰਹਿੰਦਾ ਹੈ ਤੇ ਉੱਪਰ ਨੂੰ ਹੰਬਲਾ ਮਾਰਦਾ ਉੱਚਾ ਹੀ ਰਹਿੰਦਾ ਹੈ। ਫਿਰ ਦੁਹਰਾ ਦਈਏ, ਇਹ ਉਚਿਆਣ ਵਿੱਚ ਜੀ ਰਿਹਾ ਇਨਸਾਨ ਝੂਠੀ ਉਚਿਆਣ ਯਾਨੀ ਹੰਕਾਰੀਆਂ ਅੱਗੇ ਲੰਮਾ ਨਹੀਂ ਪੈਂਦਾ। ਇਹ ਮਨ ਦਾ ਦੁੱਖ ਰੁਖ ਆਨ ਯਾਨੀ ਐਟੀਟਿਊਡ ਇਸ ਜਾਗੇ ਮਨ ਲਈ ਮਾਮਲੇ ਉਪਜਾਉਂਦੀ ਹੈ, ਘੇਰੇ ਪਾਉਂਦੀ ਹੈ। ਇੱਥੇ ਇਸ ਜਗਤ ਦੀਆਂ ਕਾਲੀਆਂ ਤਾਕਤਾਂ ਨਾਲ ਕਸ਼ਮਕਸ਼ ਸ਼ੁਰੂ ਹੁੰਦੀ ਹੈ। ਹੁਣ ਇਹ ਗ੍ਰਹਿਣੀ ਲੋਕਾਂ ਵਿੱਚ ਕੰਮ ਕਰਦਾ ਜ਼ੋਰ ਲਾਉਂਦਾ ਦਿਸਦਾ ਹੈ, ਪਰ ਇਹ ਹਉ ਹੰਕਾਰ ਜ਼ੋਰ ਦੀ ਸੁਪਨੇ ਵਾਲੀ ਉਚਿਆਣ ਵਿੱਚ ਨਹੀਂ ਜਿਉਂਦਾ। ਇਹ ਅੰਦਰ ਦੀ ਅਸਲੀ ਉਚਿਆਣ ਤੇ ਜੀ ਰਿਹਾ ਹੈ। ਬਾਹਰੋਂ ਅਮਲ ਵਿੱਚ ਇਸ ਦਾ ਵਰਤਾਓ ਤਿਆਗ ਸੁਪਨ ਵਾਲਿਆਂ ਵਾਂਗੂ ਹਾਰ ਜਾਣ, ਦਿਲਗੀਰ ਹੋ ਕੇ ਭੱਜ ਜਾਣ ਵੱਲ ਨਹੀਂ ਪੈਂਦਾ। ਉਸ ਦੀ ਉਚਿਆਣ ਉਸ ਨੂੰ ਮਾਮਲਿਆਂ ਦੇ ਇਲਾਜ ਦਿਲਗੀਰੀ ਵਾਲੇ ਤਿਆਗ ਵਿੱਚ ਨਹੀਂ ਦਿਸਦੀ, ਪਰ ਅੰਦਰਲੀ ਉਚਿਆਣ ਦੀ ਛਾਵੇਂ ਝੂਠੀ ਉਚਿਆਨਾਂ ਨੂੰ ਫਤਿਹ ਕਰਨ ਵਿੱਚ ਇਹ ਰੱਬੀ ਇਨਸਾਨ ਹੈ ਜੋ ਅਚੋਕ ਹੈ, ਅਪੈ ਹੈ ਤੇ ਮਾਮਲੇ ਪਿਆ ਤੇ ਪੂਰੇ ਗ੍ਰਹਿਣ ਵਾਲਿਆਂ ਵਾਂਗੂ ਜਾਪਦਾ ਹੈ। ਇਸ ਨੂੰ ਤਿਆਗ ਉਸ ਦਾ ਇੱਕ ਥੰਮਾ ਹੈ, ਗ੍ਰਹਿਣ ਉਸ ਦਾ ਦੂਸਰਾ ਥੰਮਾ ਹੈ। ਉੱਚੇ ਰਹਿਣ ਕਰਕੇ ਤਿਆਗ ਸੁੱਤੇ ਹੈ। ਜਿਵੇਂ ਡਾਢੀ ਮੋਟੀ ਉਦਾਹਰਣ ਹੈ ਕਿ ਕਨਿਆ ਦੇ ਪਤੀ ਨਾਲ ਵਿਆਹ ਕਰ ਲੈਣ ਵਿੱਚ ਪੇਕੇ ਘਰ ਦਾ ਤਿਆਗ ਆਪੇ ਸ਼ਾਮਲ ਹੈ ਤੇ ਉਸ ਦਾ ਗ੍ਰਹਿਣ ਅੰਦਰ ਉਹ ਉਚਿਆਣ ਹੈ ਤੇ ਉਸ ਉਚਿਆਣ ਨੂੰ ਉੱਤੋਂ ਕੋਈ ਖਿੱਚਦਾ ਹੈ ਤੇ ਉਸ ਦੇ ਸਿਮਰਨ ਨਾਲ ਹੇਠਾਂ ਹੇਠਾਂ ਖਿੱਚ ਲੈਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਦਾ ਰਹਿੰਦਾ ਹੈ ਤੇ ਉੱਪਰ ਨੂੰ ਹੰਬਲਾ ਮਾਰਦਾ ਉੱਚਾ ਹੀ ਰਹਿੰਦਾ ਹੈ। ਦੂਸਰਾ ਗ੍ਰਹਿਣ ਉਸ ਦਾ ਮਾਮਲੇ ਆਪਿਆਂ ਤੇ ਪ੍ਰਗਟ ਹੁੰਦਾ ਹੈ, ਜਿਸ ਦੀ ਸੂਰਤ ਤੇ ਅਮਲ ਗ੍ਰਹਿਣੀਆਂ ਵਾਂਗੂ ਦਿਸਦੇ ਹਨ, ਅਜੇ ਭਾਸਦੇ ਹਨ ਤੇ ਇੱਕ ਕਿਸੇ ਝੂਠੇ ਤਿਆਗ ਦੇ ਸੁਪਨੇ ਦੇ ਭੈ ਵਿੱਚ ਉਹਨਾਂ ਦੇ ਮਾਇਆ ਤੇ ਗ੍ਰਹਿਣ ਸਮਝ ਕੇ ਹੱਥੋਂ ਨਹੀਂ ਛੱਡਦਾ। ਦੁਨੀਆ ਵਿੱਚ ਜਿਉਂਦਾ ਹੈ, ਖਾਂਦਾ ਹੈ, ਪੀਂਦਾ ਹੈ, ਕੰਮ ਕਰਦਾ ਹੈ, ਮਾਮਲੇ ਆਪਿਆ ਤੇ ਜੰਗ ਤੱਕ ਅਪੜ ਜਾਂਦਾ ਹੈ, ਪਰ ਇਸ ਦੇ ਅਮਲ ਵਿੱਚ ਉਹ ਹਨੇਰਾ ਨਹੀਂ ਹੁੰਦਾ ਜੋ ਹੰਕਾਰੀ ਗ੍ਰਹਿਣ ਦੇ ਕੰਮਾਂ ਵਿੱਚ ਆਉਂਦਾ ਹੈ। ਜਿਸ ਗੱਲ ਦਾ ਸੁਪਨਾ ਸਾਂਖ ਤੇ ਨਿਟਸ਼ੇ ਨੂੰ ਅੱਧਾ ਆਇਆ ਹੈ, ਉਹ ਸ਼ੈ ਸਾਰੀ ਅਸਲੀ ਰੂਪ ਵਿੱਚ ਗੁਰੂ ਆਦਰਸ਼ ਵਿੱਚ ਹੈ। ਇਸ ਆਦਰਸ਼ ਜੀਵਨ ਤੇ ਅਮਲ ਵਾਲਾ ਇਨਸਾਨ ਉਹਨਾਂ ਸਾਜਿਆ। ਇਸ ਆਦਰਸ਼ ਦਾ ਬਿਆਨ ਜਦ ਉਹਨਾਂ ਨੂੰ ਬੋਲ ਕੇ ਲਿਖ ਕੇ ਵਰਣਨ ਕਰਨਾ ਪਿਆ, ਤਦ ਉਹਨਾਂ ਨੇ ਇਸ ਨੂੰ ਦਲੀਲ ਘੋਟ ਦੀ ਤਰਜ਼ ਵਿੱਚ ਬਿਆਨ ਨਹੀਂ ਕੀਤਾ, ਪਰ ਸੰਗੀਤ ਤੇ ਕਵਿਤਾ ਵਿੱਚ ਕੀਤਾ ਹੈ, ਕਿਉਂਕਿ ਵਰਣਨ ਕਰਨ ਵਾਲੇ ਮੰਡਲ ਵਿੱਚ ਸੰਗੀਤ ਤੇ ਕਵਿਤਾ ਇੱਕ ਜਾਨਦਾਰ ਲਹਿਰੇ ਹਨ ਤੇ ਜਿਉਂਦੇ ਦਾ ਫਲਸਫਾ ਹਰ ਮੰਡਲ ਵਿੱਚ ਜਿਉਂਦੀ ਲਹਿਰ ਦੇ ਖੰਭਾਂ ਤੇ ਉੱਡਦਾ ਹੈ। ਅੱਜ ਕੱਲ੍ਹ ਦੇ ਸਮੇਂ ਦੀ ਲੋੜ ਕਰਕੇ ਕਿ ਦਿਮਾਗੀ ਇਨਸਾਨ ਇਸ ਨੂੰ ਆਪਣੇ ਦਿਮਾਗੀ ਨੁਕਤੇ ਤੋਂ ਸਮਝਣ ਤੇ ਉਹਨਾਂ ਵਿੱਚ ਇਸ ਆਦਰਸ਼ ਦੀ ਉੱਚਤਾ ਦਿਸੇ ਤੇ ਫਿਰ ਰੁਚੀ ਉਪਜੇ, ਤਾਂ ਇਸ ਦੀ ਤਲਾਸ਼ ਤੇ ਪ੍ਰਾਪਤੀ ਦੇ ਰਾਹੇ ਪੈਣ, ਜਿਸ ਤੋਂ ਜਗਤ ਦੀਆਂ ਮੁਸ਼ਕਲਾਂ ਦੂਰ ਹੋਣ। ਇਹ ਖੁੱਲੇ ਘੁਣ ਦੇ ਨਾਮ ਹੇਠ ਅਗਲੀਆਂ 17 ਕਰਤਾ ਜੀ ਨੇ ਦਰਸਾਈਆਂ ਹਨ, ਜੋ ਬੜੀ ਸੌਖੀ ਕਵਿਤਾ ਦੇ ਰੂਪ ਵਿੱਚ ਹਨ। ਇਹਨਾਂ 17 ਨੂੰ ਹੋਰ ਸੁਗਮਤਾ ਨਾਲ ਸਮਝਣ ਲਈ ਮੁਖਬੰਦ ਦਿੱਤਾ ਗਿਆ ਹੈ ਤੇ ਹੇਠਾਂ ਡੱਲਾ ਤੇ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ ਜੋ ਥੋੜੇ ਦਿਨ ਹੋਏ ਹਨ ਤਾਂ ਦੇਸਾਂ ਨਾਮੇ ਪੋਥੀ ਵਿੱਚ ਲਿਖੀ ਗਈ ਸੀ, ਲਿਖਦੇ ਹਾਂ। ਖੁੱਲੇ ਘੁਣ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਇਸ ਆਦਰਸ਼ ਦੀ ਸਾਫ਼ ਸਮਝ ਪੈ ਜਾਵੇ। ਫਿਰ ਦੁਹਰਾ ਦਈਏ, ਇਹਨਾਂ 17 ਨੂੰ ਹੋਰ ਸੁਗਮਤਾ ਨਾਲ ਸਮਝਣ ਲਈ ਮੁਖਬੰਦ ਦਿੱਤਾ ਗਿਆ ਹੈ ਤੇ ਹੇਠਾਂ ਡੱਲਾ ਤੇ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ ਜੋ ਥੋੜੇ ਦਿਨ ਹੋਏ ਹਨ ਤਾਂ ਦੇਸਾਂ ਨਾਮੇ ਪੋਥੀ ਵਿੱਚ ਲਿਖੀ ਗਈ ਸੀ, ਲਿਖਦੇ ਹਾਂ।
ਖੁੱਲ੍ਹੇ ਕੋਣ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਇਸ ਆਦਰਸ਼ ਦੀ ਸਾਫ਼ ਸਮਝ ਪੈ ਜਾਵੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।